ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਬੇਨਤ ਕਰੋ ਅਰਦਾਸ, ਸੁਣੋ ਜੇ ਠਾਕੁਰ ਭਾਵੈ। ਦੇਹੋ ਦਰਸ਼ ਮਨ ਚਾਓ, ਭਗਤ ਇਹੋ ਮਨ ਠਹਿਰਾਵੈ। ਬਲਿਓ ਚਰਾਗ ਅੰਧਿਆਰ ਮਹਿ, ਸਭ ਕੁਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ, ਜਨ ਨਾਨਕ ਗੁਰ ਪਾਰ ਬ੍ਰਹਮ। ਸ੍ਰੀ ਨਾਨਕ ਤੇ ਆਦਿ ਲੈ, ਦਸਵੇਂ ਗੁਰ ਪਰਯੰਤ। ਬਾਰੰਬਾਰ ਮਮ ਬੰਦਨਾ, ਸਾਹਿਬ ਸ੍ਰੀ ਗੁਰੂ ਗ੍ਰੰਥ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਦਦ, ਬੰਦੋ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਜੁਗੋ ਜੁਗ ਅਟਲ ਸ਼ਬਦ ਗੁਰ ਪੀਰਾ, ਗਹਿਰ ਗੰਭੀਰਾ। ਬਿਨ ਸ਼ਬਦੈ ਜਗ ਬਉਰਾਨੰ, ਸ਼ਬਦਾ ਅਵਤਾਰ। ਗੁਰਤਾ ਗੱਦੀ ਤੇ ਬਿਰਾਜਮਾਨ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੀ ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਨਿਤਾ ਪ੍ਰਤੀ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਜੁੜ ਕੇ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਨਿਤਨੇਮ ਬਾਣੀ ਦੇ ਸੰਗਤ ਜਿੱਥੇ ਜਾਪ ਸ਼ਰਵਨ ਕਰਦੇ ਹੋ, ਉਥੇ ਸੇਵਾ ਕਰਕੇ ਆਪਣੇ ਇਸ ਮਨੁੱਖੀ ਜੀਵਨ ਨੂੰ ਸਫਲ ਬਣਾ ਰਹੇ ਹੋ। ਸਤਿਗੁਰੂ ਮਹਾਰਾਜ ਜੀ ਦੇ ਵਚਨ ਨੇ ਕਿ ਨਹੀਂ ਸੰਗਤ ਜੀ, ਜਿਹੜੀ ਜੀਵ ਦੀ ਔਲਾਦ ਹੈ, ਜੀਵ ਦੀ ਦਿਸ਼ਾ ਮਹਾਰਾਜ ਜੀ ਵਰਣਨ ਕਰਦੇ ਨੇ ਕਿ ਬੁਰੇ ਕਾਮ ਕੋ ਉਠ ਖਲੋਆ, ਨਾਮ ਕੀ ਵੇਲਾ ਪੈ ਪੈ ਸੁਆ। ਕਿ ਜੀਵ ਦਾ ਇਹ ਸੁਭਾਅ ਹੈ ਕਿ ਜਿਸ ਵੇਲੇ ਸੰਗਤ ਜੀ ਕੋਈ ਧਰਮ ਦਾ
ਕਰਮ ਕਰਨਾ ਹੋਵੇ ਉਸ ਵੇਲੇ ਜੀਵ ਨੂੰ ਆਲਸ ਪੈਂਦੀ ਹੈ। ਭਾਵ ਕਿ ਉਸ ਵੇਲੇ ਜੀਵ ਧਰਮ ਦੇ ਕਰਮ ਕਰਨ ਤੋਂ ਖੇਚਲ ਕਰਦਾ ਹੈ। ਮਹਾਰਾਜ ਜੀ ਕਹਿੰਦੇ ਜੇਕਰ ਕੋਈ ਬੁਰਾ ਕਰਮ ਕਰਨਾ ਹੋਵੇ, ਕੁਸੰਗਤ ਵੱਲ ਜਾਣਾ ਹੋਵੇ, ਵਿਕਾਰਾਂ ਦੇ ਘਰ ਜਾਣਾ ਹੋਵੇ, ਮਹਾਰਾਜ ਜੀ ਕਹਿੰਦੇ ਬੜਾ ਦੌੜਦਾ ਹੈ। ਬੁਰੇ ਕਾਮ ਕੋ ਊਠ ਖਲੋਆ, ਨਾਮ ਕੀ ਬੇਲਾ ਪੈ ਪੈ ਸੋਆ। ਮਹਾਰਾਜ ਜੀ ਨੇ ਬੜਾ ਪਿਆਰਾ ਸ਼ਬਦ ਕਥਨ ਕੀਤਾ ਹੈ ਕਿ ਚੰਗਿਆਈ ਹੋਏ ਬੁਰਿਆਈ ਹੋਏ ਸ਼ੇਰ ਚੰਗਿਆਈ ਆਲ ਕਰੇ। ਕਿ ਜਿਸ ਵੇਲੇ ਕੋਈ ਬੁਰਾਈ ਦਾ ਕਰਮ ਕਰਨਾ ਹੋਵੇ ਜੀਵ ਨੇ, ਤਾਂ ਉਸ ਵੇਲੇ ਸੰਗਤ ਜੀ ਜੀਵ ਸ਼ੇਰ ਦੀ ਨਿਆਈ ਹੋ ਜਾਂਦਾ। ਭਾਵ ਕਿ ਬੜਾ ਦੁਰਸਤ ਹੋ ਜਾਂਦਾ ਹੈ, ਬੜਾ ਦੌੜਦਾ ਹੈ। ਪਰ ਸਤਿਗੁਰੂ ਜੀ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਕਿ ਇਹ ਮਨੁੱਖ ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਕਿ ਭਾਈ ਜਿਸ ਵੇਲੇ ਕੋਈ ਧਰਮ ਦਾ ਕਰਮ ਕਰਨਾ ਹੋਵੇ ਉਸ ਵੇਲੇ ਸੰਗਤ ਜੀ ਕਦੇ ਦੇਰ ਨਹੀਂ ਕਰੀਦੀ, ਕਿਉਂਕਿ ਮਨ ਹੈ ਜਿਹੜਾ, ਇਹਦੇ ਸੁਭਾਅ ਦਾ ਪਤਾ ਨਹੀਂ ਲੱਗਦਾ, ਛਣ ਮਾਤਰ ਵਿੱਚ ਬਦਲ ਜਾਂਦਾ ਹੈ। ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਸਤਿਗੁਰੂ ਜੀ ਕਹਿੰਦੇ ਜੇ ਕੋਈ ਪਾਪ ਮਨ ਵਿੱਚ ਫੁਰੇ ਤਾਂ ਉਸ ਵੇਲੇ ਸੰਗਤ ਜੀ ਥੋੜ੍ਹਾ ਸੰਕੋਚੋ, ਪਾਪਾਂ ਵੱਲ ਦੌੜਨ ਵਾਸਤੇ ਥੋੜ੍ਹਾ ਟਮਾ ਰੁਕੋ, ਕਿਉਂਕਿ ਹੋ ਸਕਦਾ ਕੋਈ ਸਮਾਂ ਹੀ ਚਲਿਆ ਜਾਵੇ। ਤਾਂ ਤੇ ਜਿਹੜਾ ਸਤਿਗੁਰਾਂ ਦੇ ਦਰਬਾਰ ਆਉਣਾ, ਸੇਵਾ ਕਰਨੀ, ਸਿਮਰਨ ਕਰਨਾ, ਇਹ ਵੱਡੇ ਕਰਮਾਂ ਦੀ ਨਿਸ਼ਾਨੀ ਹੈ। ਜਿੱਥੇ ਸਤਿਗੁਰੂ ਸਾਹਿਬ ਦੀ ਮਿਹਰ ਹੈ ਉਹੀ ਭਾਈ ਸਤਿਗੁਰਾਂ ਦੇ ਚਰਨਾਂ ਜੁੜਦਾ ਹੈ। ਮਹਾਰਾਜ ਦੇ ਵਚਨ ਨੇ ਵੱਡ ਭਾਗੀ ਹਰ ਸੰਗਤ ਪਾਵੈ। ਕਿ ਵੱਡਿਆਂ ਭਾਗਾਂ ਵਾਲੇ ਹੀ ਸਤਿਗੁਰੂ ਦੀ ਸ਼ਰਨ ਪ੍ਰਾਪਤ ਕਰਦੇ ਨੇ। ਸੋ ਆਓ ਜੋ ਲੜੀਵਾਰ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੋਈ ਜੋ ਸੰਗਤ ਜੀ ਸ੍ਰੀ 9ਵੇਂ ਮਹੱਲੇ ਦੇ ਸਲੋਕ ਨੇ, ਕਿ ਜਿਨ੍ਹਾਂ ਨੂੰ ਤਕਰੀਬਨ ਅਸੀਂ ਹਰ ਰੋਜ਼ ਸ਼ਰਵਣ ਕਰਦੇ ਹਾਂ। ਪਰ ਸਤਿਗੁਰੂ ਜੀ ਕਹਿੰਦੇ ਜਿੱਥੇ ਸੰਗਤ ਜੀ ਬਾਣੀ ਸੁਣਨ ਦਾ ਬਹੁਤ ਹੀ ਮਹੱਤਵ ਹੈ, ਬਾਣੀ ਦੇ ਦਰਸ਼ਨ ਕਰਨ ਦਾ ਹੀ ਬਹੁਤ ਫਲ ਹੈ, ਉੱਥੇ ਜੇਕਰ ਗੁਰਬਾਣੀ ਨੂੰ ਸੁਣ ਕੇ ਵਿਚਾਰ ਕੇ ਜੀਵਨ ਵਿੱਚ ਲਾਗੂ ਕਰੀਏ ਫਿਰ ਉਦੋਂ ਵੀ ਜ਼ਿਆਦਾ ਲਾਭ ਹੈ। ਸੋ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ। ਆਓ ਸੰਗਤ ਜਿਸ ਤਰ੍ਹਾਂ ਮਹਾਰਾਜ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਪਣੀ ਪਾਵਨ ਮੁਖਾਰਵਿੰਦ ਰਸਨਾ ਤੋਂ ਹਜ਼ੂਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਸਾਰੀਆਂ ਸੰਗਤਾਂ ਮਨੋਵਿਰਤੀਆਂ ਇਕਾਗਰ ਕਰੀਏ, ਸੱਚੇ ਪਾਤਸ਼ਾਹ ਜੀ ਦਾ ਪਾਵਨ ਧਿਆਨ ਹਿਰਦੇ ਦੇ ਵਿੱਚ ਵਸਾਉਂਦਿਆਂ ਸਭ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਕਹੋ ਨਾਨਕ ਤਿਹ ਭਜ ਮਨਾ, ਪਾਉ ਨਿਧ ਉਤਰਹਿ ਪਾਰ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਕਹੋ ਨਾਨਕ ਤਿਹ ਭਜ ਮਨਾ, ਪਾਉ ਨਿਧ ਉਤਰਹਿ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸਾਹਿਬ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਗਤ ਜੀ ਉਪਦੇਸ਼ ਦੀ ਬਖਸ਼ ਕਰਦੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਸ ਤਰ੍ਹਾਂ ਸੰਗਤ ਜੀ ਗੁਰਬਾਣੀ ਦੇ ਵਿੱਚ ਬਚਨ ਆਉਂਦਾ ਹੈ, ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅੱਲੋਹ ਮਕਾਮਾ, ਕਿ ਸੰਸਾਰ ਦੇ ਵਿੱਚ ਇਹ ਗੱਲ ਪ੍ਰਚਲਿਤ ਸੀ ਕਿ ਕੋਈ ਸੰਗਤ ਜੀ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਦੱਖਣ ਦੇ ਵਿੱਚ ਬੈਠਾ ਮੰਨ ਰਿਹਾ ਸੀ ਕਿ ਉਹਦਾ ਵਾਸ ਦੱਖਣ ਵਿੱਚ ਹੈ। ਕੋਈ ਕਹਿੰਦਾ ਸੀ ਕਿ ਜਿਹੜਾ ਰੱਬ ਹੈ ਉਹ ਭਾਈ ਪੱਛਮ ਦੇ ਵਿੱਚ ਹੈ। ਸੋ ਭਾਵ ਕਿ ਸੰਗਤ ਜੀ ਇਉਂ ਜਿਹੜਾ ਕੋਈ ਜਿਹੋ ਜਿਹੇ ਰੱਬ ਨੂੰ ਮੰਨ ਰਿਹਾ ਸੀ, ਜਿਹਨੇ ਆਪਣਾ ਰੱਬ ਬਣਾਇਆ ਸੀ, ਉਹ ਆਪਣੇ ਧਰਮ ਦੇ ਅਨੁਸਾਰ ਇਉਂ ਸਮਝਦਾ ਸੀ ਕਿ ਰੱਬ ਦੀ ਹੋਂਦ ਇੱਕ ਜਗ੍ਹਾ 'ਤੇ ਹੈ। ਪਰ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ ਨੂੰ ਬੁਲਾਉਂਦਿਆਂ ਹੋਇਆਂ, ਮਹਾਰਾਜ ਜੀ ਦੀ ਪਿਆਰ ਦੀ ਸੁਗੰਧੀ ਨੂੰ ਵਧਾਉਂਦਿਆਂ ਹੋਇਆਂ, ਕਿਉਂਕਿ ਜਿਸ ਵੇਲੇ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਸੰਗਤ ਜੀ ਮੱਕੇ ਗਏ ਸੀ ਤਾਂ ਉੱਥੇ ਕਾਜੀ ਰੁਕਮਦੀਨ ਨਾਲ ਮਹਾਰਾਜ ਦੀ ਚਰਚਾ ਹੋਈ। ਤਾਂ ਉੱਥੇ ਕਿਸੇ ਕਾਜੀ ਨੇ, ਜੋ ਸਤਿਗੁਰੂ ਸਾਹਿਬ ਜੀ ਵਿਸ਼ਰਾਮ ਕਰ ਰਹੇ ਸੀ, ਭਾਵ ਸੁੱਖ ਲੈ ਰਹੇ ਮਹਾਰਾਜ ਜੀ, ਤਾਂ ਗੁਰੂ ਸਾਹਿਬ ਜੀ ਦੇ ਜਿਹੜੇ ਚਰਨ ਸਨ ਉਹ ਸੰਗੀ ਮੱਕੇ ਵੱਲ ਹੋਏ। ਮੈਂ ਸੰਖੇਪ ਵਿੱਚ ਜ਼ਿਕਰ ਕਰਾਂ ਤਾਂ ਕੋਈ ਕਾਜੀ ਆਇਆ, ਆ ਕੇ ਮਹਾਰਾਜ ਨੂੰ ਕਹਿਣ ਲੱਗਿਆ ਕਿ ਕੌਣ ਕਾਫਰ ਹੈ ਕਿ ਜਿਹਨੇ ਮੱਕੇ ਵੱਲ ਪੈਰ ਕਰ ਲਏ। ਤਾਂ ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਭਾਈ ਕਿ ਜਿਹੜੇ ਪਾਸੇ ਅੱਲਾ ਦਾ ਘਰ ਨਹੀਂ, ਜਿਹੜੇ ਪਾਸੇ ਖੁਦਾ ਨਹੀਂ ਵਸਦਾ, ਤੂੰ ਸਾਡੇ ਪੈਰ ਸਾਡੇ ਚਰਨ ਉਸ ਪਾਸੇ ਕਰ ਦੇ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਸੰਗਤ ਜੀ ਇਸ ਸੰਵਾਦ ਦਾ, ਇਸ ਵਿਚਾਰ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ ਹੈ। ਦੱਸਦੇ ਨੇ ਕਿ ਜਿਸ ਵੇਲੇ ਕਾਜੀ ਨੇ ਸਤਿਗੁਰੂ ਸਾਹਿਬ ਜੀਆਂ ਦੇ ਚਰਨ ਜਿਸ ਵੇਲੇ ਪਕੜ ਕੇ ਮੱਕੇ ਦੀ ਬਿਲਡਿੰਗ ਤੋਂ ਦੂਸਰੇ ਪਾਸੇ ਕਰਨ ਲੈ ਗਏ ਅਤੇ ਨਾਲ ਦੀ ਨਾਲ ਮੱਕਾ ਘੁੰਮ ਗਿਆ। ਸੁਭਾਵ ਕਿ ਗੁਰੂ ਸਾਹਿਬ ਜੀ ਦਾ ਸਾਖੀ 'ਚੋਂ ਸਿੱਖਿਆ ਦੇਣੀ ਸੀ ਕਿ ਹਰ ਪਾਸੇ ਸੰਗਤ ਜੀ ਵਾਹਿਗੁਰੂ ਦੀ ਹੋਂਦ ਹੈ। ਸੋ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵੀ ਉਪਦੇਸ਼ ਦਿੰਦੇ ਨੇ ਕਿ ਘਟ ਘਟ ਮੈਂ ਹਰ ਜੂ ਵਸੈ। 2 ਵਾਰੀ ਘਟ ਘਟ ਸ਼ਬਦ ਆਇਆ ਹੈ। 2 ਤੋਂ ਭਾਵ ਪਹਿਲੇ ਅੱਖਰ ਦੇ 2 ਅਰਥ ਲੱਗਣਗੇ, ਦੂਸਰੇ ਦੇ ਵੀ 2, ਕਿਉਂਕਿ ਜਿਸ ਵੇਲੇ ਅਸੀਂ ਸ੍ਰੀ ਰਹਿਰਾਸ ਸਾਹਿਬ ਜੀ ਦਾ ਪਾਠ ਸੰਧਿਆ ਦੇ ਵੇਲੇ ਕਰਦੇ ਹਾਂ, ਉਸ ਵਿੱਚ ਵੀ ਸੰਗਤ ਜੀ ਇਹੋ ਜਿਹੇ ਸ਼ਬਦ ਆਉਂਦੇ ਨੇ। ਜਿਸ ਤਰ੍ਹਾਂ ਸਤਿਗੁਰੂ ਜੀ ਉੱਥੇ ਉਪਦੇਸ਼ ਦਿੰਦੇ ਨੇ ਹਰ ਜੁਗ ਜੁਗ, ਉੱਥੇ ਵੀ 2 ਵਾਰੀ ਜੁਗ ਜੁਗ ਸ਼ਬਦ ਆਇਆ ਹੈ। ਅਤੇ ਜੁਗ ਸੰਸਾਰਾਂ ਨੇ 4 ਮੰਨੇ ਨੇ ਵਿਦਵਾਨ ਗੁਰਮੁਖਾਂ ਨੇ। ਸੋ ਇੱਥੇ ਵੀ ਦੋਨੇ ਅੱਖਰਾਂ ਦੇ 4 ਸ਼ਬਦ ਬਣ ਜਾਣਗੇ। ਸੇ ਮਹਾਰਾਜ ਸਤਿਗੁਰੂ ਜੀ ਕਹਿੰਦੇ ਕਿ 4 ਭਾਈ ਸੰਸਾਰ ਵਿੱਚ ਖਾਣਾ ਨੇ, ਕਿ ਜਿਨ੍ਹਾਂ ਤੋਂ ਇਹ ਸੰਸਾਰ ਦੀ ਪ੍ਰਕਿਰਤੀ ਦੇ ਵਿੱਚ ਵਾਧਾ ਹੋਇਆ ਹੈ। ਉਹ ਕਿਹੜੀਆਂ ਨੇ? ਸੰਗੀ ਮਹਾਰਾਜ ਜੀ ਕਹਿੰਦੇ ਅੰਡਜ ਜੇਰਜ ਸੇਤੋ ਯਕੀਨੀ। ਭਾਵ ਪਹਿਲੀ ਅੰਡਜ ਜੂਨ ਹੈ, ਅੰਡਜ ਖਾਨ ਹੈ ਕਿ ਬਹੁਤ ਸਾਰੇ ਪ੍ਰਕਿਰਤੀ ਦੇ ਐਸੇ ਜੀਵ ਨੇ ਜਿਹੜੇ ਆਂਡਿਆਂ ਤੋਂ ਪੈਦਾ ਹੁੰਦੇ ਨੇ, ਜਿਵੇਂ ਪੰਛੀ। ਫਿਰ ਦੂਸਰੀ ਮਹਾਰਾਜ ਜੀ ਕਹਿੰਦੇ ਜੇਰਜ, ਜਿਹੜੇ ਜੇਰਜ ਤੋਂ ਪੈਦਾ ਹੁੰਦੇ ਨੇ, ਜਿਵੇਂ ਪਸ਼ੂ ਮਨੁੱਖ ਵੀ ਪ੍ਰਸੂਤ ਦੀ ਨਾੜੀ ਦੁਆਰਾ। ਫਿਰ ਸੇਤ ਜਿਹੜੇ ਭਾਵ ਕਿ ਪਸੀਨਾ ਸੰਗਤ ਜਿਵੇਂ ਜੂਆਂ ਇਤਿਆਦਿਕ। ਫਿਰ ਉਤਭੁਜ, ਉਤਭੁਜ ਤੋਂ ਭਾਵ ਜਿਹੜੇ ਧਰਤੀ ਵਿੱਚ ਬੀਜ ਪਾਇਆ ਜਾਂਦਾ ਉਹ ਪੈਦਾ ਹੋਣਾ।
ਇਹ ਚਾਰ ਖਾਣੀਆਂ ਹੋ ਗਈਆਂ। ਮਹਾਰਾਜ ਜੀ ਕਹਿੰਦੇ ਘਟ ਘਟ ਮੈਂ ਹਰ ਜੂ ਵਸੈ। ਕਿ ਭਾਈ ਗੁਰਸਿੱਖੋ, ਇਹ ਚਾਰੇ ਖਾਣੀਆਂ ਦੇ ਜਿੰਨੇ ਵੀ ਜੀਵ ਨੇ, ਉਹਨਾਂ ਦੇ ਮੈਂ ਤੋਂ ਭਾਵ ਵਿੱਚ ਹਰ ਜੂ ਵਸੈ। ਹਰੀ ਵਾਹਿਗੁਰੂ ਜਿਹੜਾ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਹੈ। ਜੂ ਤੋਂ ਭਾਵ ਜੀ ਵਸੈ, ਉਹ ਵਸ ਰਿਹਾ ਹੈ। ਅਰਥਾਰਥ ਵਿਦਵਾਨਾਂ ਨੇ ਚਾਰ ਬਾਣੀਆਂ ਮੰਨੀਆਂ ਨੇ: ਪਰਾ ਬਾਣੀ, ਮਧਵਾ ਬਾਣੀ, ਵੈਖਰਾ ਬਾਣੀ, ਬਸੰਤਾ ਬਾਣੀ। ਚਾਰੇ ਅੱਡੋ ਅੱਡ ਅਭਿਆਸੀ ਜਾਣਦੇ ਨੇ ਜਿਹੜੇ ਸਿਮਰਨ ਕਰਨ ਵਾਲੇ ਨੇ। ਕੋਈ ਪਰਾ ਬਾਣੀ 'ਚ ਸਿਮਰਨ ਕਰ ਰਿਹਾ ਹੈ, ਕੋਈ ਮਧਵਾ 'ਚ, ਕੋਈ ਬਸੰਤੀ 'ਚ, ਕੋਈ ਇਤਿਆਦਿਕ। ਸੰਗਤ ਜੀ ਮਹਾਰਾਜ ਜੀ ਕਹਿੰਦੇ ਗੁਰਸਿੱਖੋ, ਭਾਵੇਂ ਕੋਈ ਕਿੱਥੇ ਵੀ ਸਿਮਰਨ ਕਰ ਰਿਹਾ ਹੈ, ਸਾਰੀਆਂ ਹੀ ਬਾਣੀਆਂ ਦੇ ਵਿੱਚ ਵਾਹਿਗੁਰੂ ਵਸ ਰਿਹਾ ਹੈ। ਚਾਹੋ ਕਹੀਏ ਜਿਹਨੇ ਕਿਹਾ ਸੀ ਕਿ ਦੱਖਣ ਦੇਸ ਹਰੀ ਕਾ ਵਾਸਾ, ਪੱਛਮ ਅੱਲੋਹ ਮਕਾਮਾ। ਕਿ ਭਾਈ ਇਹਨਾਂ ਦੋਨਾਂ ਨੂੰ ਛੱਡ ਕੇ ਵੇਖੋ, ਚਾਰੇ ਦਿਸ਼ਾਵਾਂ ਦੇ ਵਿੱਚ ਹੀ ਵਾਹਿਗੁਰੂ ਵਸਦਾ ਹੈ। ਚਾਰ ਵਿਦਵਾਨਾਂ ਨੇ ਸੰਗਤ ਜੀ ਆਪਣੇ ਮੰਨੇ ਨੇ ਕਿ ਵਰਣਨ ਮੰਨੇ ਨੇ: ਖੱਤਰੀ, ਬ੍ਰਾਹਮਣ ਅਤੇ ਸੂਦ ਅਤੇ ਵੈਸ। ਮਹਾਰਾਜ ਜੀ ਕਹਿੰਦੇ ਸਾਰਿਆਂ ਦੇ ਵਿੱਚ ਹੀ ਵਾਹਿਗੁਰੂ ਵਸਦਾ ਹੈ। ਮਹਾਰਾਜ ਜੀ ਕਹਿੰਦੇ ਅਵਲ ਅੱਲ੍ਹ ਨੂਰ ਅਪਾਇਆ, ਕੁਦਰਤ ਕੇ ਸਾ ਬੰਦੇ। ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼ ਚਹੁ ਵਰਨਾ ਕੋ ਸਾਂਝਾ। ਇਹ ਚਾਰਿਆਂ ਦੇ ਵਿੱਚ ਹੀ ਭਾਈ ਹਰੀ ਸਤਿਗੁਰੂ ਆਪ ਅਕਾਲ ਪੁਰਖ ਵਸ ਰਿਹਾ ਹੈ। ਸਤਿਗੁਰੂ ਜੀ ਕਹਿੰਦੇ, ਕੌਣ ਕਹਿੰਦਾ ਹੈ ਕਿ ਸਾਰਿਆਂ ਦੇ ਵਿੱਚ ਵਸ ਰਿਹਾ ਹੈ? ਸੰਤਨ ਕਹਿਓ ਪੁਕਾਰ। ਸੰਤਨ ਤੋਂ ਭਾਵ ਇੱਥੇ ਸੰਤ ਦੇ ਅਰਥ ਲੱਗਣਗੇ ਕਿ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕਰਕੇ 8ਵੇਂ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਤੱਕ ਦੀਆਂ ਜਿੰਨੀਆਂ ਵੀ ਜੋਤਾਂ ਨੇ। ਕਿਉਂਕਿ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਥਨ ਕਰ ਰਹੇ ਨੇ। ਮਹਾਰਾਜ ਜੀ ਕਹਿੰਦੇ ਸਾਡੇ ਵੱਡੇ ਸਤਿਗੁਰੂ ਜੀ 8 ਪਾਤਸ਼ਾਹੀ ਸੰਤਾਂ ਦੇ ਰੂਪ ਵਿੱਚ ਕਹਿਓ ਪੁਕਾਰ। ਪੁਕਾਰ ਕੇ ਕਹਿ ਰਹੇ ਨੇ ਕਿ ਬੁਲੰਦ ਆਵਾਜ਼ ਦੇ ਵਿੱਚ ਭਾਈ ਹਰੇਕ ਜੀਵ ਦੇ ਅੰਦਰ ਜਰੀਏ ਜਰੀਏ ਵਿੱਚ ਵਾਹਿਗੁਰੂ ਵਸ ਰਿਹਾ ਹੈ। ਪਰ ਸਤਿਗੁਰੂ ਜੀ ਕਹਿੰਦੇ ਤੇਰੇ ਕੋਲ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਦਰਸ਼ਨ ਕਰਨ ਵਾਲੇ ਉਹਦੇ ਗੁਰਮੁਖਾਂ ਨੇਤਰ ਨਹੀਂ, ਜਿਨ੍ਹਾਂ ਨੇਤਰਾਂ ਦੁਆਰਾ ਵਾਹਿਗੁਰੂ ਤੱਕਿਆ ਜਾਵੇ। ਕਿਉਂਕਿ ਸੰਗਤ ਜੀ ਸੂਰਜ 'ਤੇ ਹੁੰਦਾ ਹੈ, ਪਰ ਉੱਲੂ ਕਦੇ ਸੂਰਜ ਦੀ ਹੋਂਦ ਨੂੰ ਨਹੀਂ ਮੰਨਦੇ। ਕਿਉਂਕਿ ਇਹ ਵਿਚਾਰੇ ਉੱਲੂਆਂ ਦਾ ਕਸੂਰ ਨਹੀਂ ਕਿ ਉਹ ਸੂਰਜ ਦੀ ਹੋਂਦ ਨੂੰ ਨਹੀਂ ਮੰਨਦੇ। ਉਹਨਾਂ ਨੇ ਕਦੇ ਸੂਰਜ ਵੇਖੇ ਨਹੀਂ ਹੁੰਦਾ। ਕਿਉਂਕਿ ਉੱਲੂ ਰਾਤ ਨੂੰ ਜਾਗਦੇ ਨੇ, ਸੰਗਤੀ ਦਿਨੇ ਵਿਸ਼ਰਾਮ ਕਰਦੇ ਨੇ, ਸੌਂਦੇ ਨੇ। ਇਸੇ ਤਰ੍ਹਾਂ ਭਾਈ ਜਿਹੜੇ ਗੁਰੂ ਦੇ ਗਿਆਨ ਤੋਂ ਬਿਨਾਂ ਹੀਨੇ ਨੇ, ਉਹ ਵੀ ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਨੂੰ ਨਹੀਂ ਜਾਣਦੇ। ਉਹ ਵੀ ਸਮਝਦੇ ਨੇ ਕਿ ਸਾਡੇ ਵਿੱਚ ਹੀ ਵਾਹਿਗੁਰੂ ਹੈ। ਪਰ ਜਿਸ ਵੇਲੇ ਉਹਨਾਂ ਨੂੰ ਸੰਗਤ ਜੀ ਗਿਆਨ ਆ ਜਾਵੇ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰ ਦੇਣ, ਫਿਰ ਮਹਾਰਾਜ ਜੀ ਕਹਿੰਦੇ ਜਿਹੜਾ ਉਹ ਅਕਾਲ ਪੁਰਖ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਜਿਹੜਾ ਕੁਦਰਤ ਦੇ ਵਿੱਚ ਵਾਹਿਗੁਰੂ ਵਸਿਆ ਹੋਇਆ ਹੈ, ਇੱਕ ਉਹ ਅਕਾਲ ਪੁਰਖ ਦਾ ਨਿਰਗੁਣ ਸਰੂਪ ਹੈ, ਦੂਸਰਾ ਸਰਗੁਣ ਸਰੂਪ ਹੈ। ਜਿਹੜਾ ਨਿਰਗੁਣ ਸਰੂਪ ਭਾਵ ਕਿ ਜਿਹੜਾ ਕੁਦਰਤ ਦੇ ਵਿੱਚ ਵਸਿਆ ਹੈ, ਮਹਾਰਾਜ ਜੀ ਕਹਿੰਦੇ ਜਿਸ ਵੇਲੇ ਅਕਾਲ ਪੁਰਖ ਸਤਿਗੁਰੂ ਜੀ ਕਿਰਪਾ ਕਰਨ, ਫਿਰ ਉਹਦੇ ਸੰਗਤ ਗੁਰਮੁਖਾਂ ਨੂੰ ਦਰਸ਼ਨ ਹੋ ਜਾਂਦੇ ਨੇ। ਸ੍ਰੀ ਗੁਰੂ ਅਰਜਨ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਅਦ੍ਰਿਸ਼ਟ ਅਗੋਚਰ ਅਲੱਖ ਨਿਰੰਜਨ ਸੋ ਗੁਰਮੁਖ ਦੇਖਿਆ ਆਖੀ। ਕਿ ਜਿਹੜੀ ਐਸੀ ਅਵਸਥਾ ਵਾਲਾ ਵਾਹਿਗੁਰੂ ਹੈ, ਨਾ ਉਹ ਦਿਸਣ ਮਾਤਰ ਹੈ, ਨਾ ਉਹ ਲਖਣਾ ਬਿਰਤੀ ਦੁਆਰਾ, ਨਾ ਉਹ ਵੇਖਿਆ ਜਾ ਸਕਦਾ ਹੈ। ਪਰ ਜਿਹੜੇ ਗੁਰਮੁਖ ਨੇ ਉਹ ਸ਼ਬਦ ਅਭਿਆਸ ਨਾਲ ਮਹਾਰਾਜ ਦੀ ਕਿਰਪਾ ਦੇ ਨਾਲ ਉਹਦੇ ਦਰਸ਼ਨ ਕਰ ਲੈਂਦੇ ਨੇ। ਅੱਗੇ ਸਤਿਗੁਰੂ ਸਾਹਿਬ ਜੀ ਸੰਗਤ ਜੀ ਕਥਨ ਕਰਦੇ ਨੇ, ਕਹੋ ਨਾਨਕ ਤਿਹ ਭਜ ਮਨਾ, ਭਾਉ ਨਿਧ ਉਤਰ ਹੈ ਪਾਰ। ਸਤਿਗੁਰੂ ਜੀ ਕਹਿੰਦੇ ਹੈ ਗੁਰਸਿੱਖਾ, ਫਿਰ ਐਸੇ ਅਕਾਲ ਪੁਰਖ ਵਾਹਿਗੁਰੂ ਨੂੰ ਭਜ। ਭਜ ਤੋਂ ਭਾਵ ਕਿ ਉਹਦਾ ਸਿਮਰਨਾ ਕਰ। ਕਹੋ ਨਾਨਕ ਤਿਹ ਭਜ ਮਨਾ, ਹੇ ਮੇਰਿਆ ਮਨਾ। ਸਤਿਗੁਰੂ ਜੀ ਕਹਿੰਦੇ ਗੁਰਸਿੱਖੋ ਆਪਣੇ ਮਨ ਨੂੰ ਕਹੋ ਕਿ ਹੇ ਮਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ। ਭਾਉ ਨਿਧ ਉਤਰ ਹੈ ਪਾਰ, ਕਿ ਜਿਹੜਾ ਸੰਸਾਰ ਸਮੁੰਦਰ ਦੀ ਨਿਆਈ ਹੈ, ਇਹਦੇ ਤੋਂ ਤੂੰ ਪਾਰ ਹੋ ਜਾਵੇਂਗਾ, ਭਾਵ ਮੁਕਤੀ ਦੇ ਕੰਨੇ 'ਤੇ ਜਾ ਲੱਗੇਗਾ।
ਕਿਉਂਕਿ ਸਤਿਗੁਰਾਂ ਤੋਂ ਬਿਨਾਂ ਸੰਗਤ ਜੀ ਕਦੇ ਮੁਕਤੀ ਨਹੀਂ ਹੋਣੀ। ਮਹਾਰਾਜ ਦੇ ਬਚਨ ਨੇ ਕਿ ਜਿਨ੍ਹਾਂ ਨੂੰ ਭਾਈ ਪੂਰਨ ਸਤਿਗੁਰਾਂ ਦੀ ਦਾਤ ਦੀ ਪ੍ਰਾਪਤੀ ਹੋਈ ਹੈ, ਉਹਨਾਂ ਨੂੰ ਹੀ ਸੰਗਤ ਜੀ ਮੁਕਤੀ ਮਿਲੀ ਹੈ। ਅਤੇ ਜਿਨ੍ਹਾਂ ਨੂੰ ਅਧੂਰਾ ਗੁਰੂ ਮਿਲਿਆ ਹੈ, ਉਹ ਤਾਂ ਡੋਬ ਦਿੰਦੇ ਨੇ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਾਚੇ ਗੁਰ ਤੇ ਮੁਕਤ ਨਾ ਹੁਆ। ਪੂਰਨ ਗੁਰਾਂ ਤੋਂ ਬਿਨਾਂ ਕਦੇ ਮੁਕਤੀ ਦੀ ਦਾਤ ਨਹੀਂ ਮਿਲਦੀ। ਗੁਰੂ ਸੰਗਤ ਦੇ ਸਮੁੰਦਰ ਦੇ ਵਿੱਚ ਜਿਸ ਤਰ੍ਹਾਂ ਮਲਾਹ ਜੀਵਾਂ ਨੂੰ ਤਾਰ ਦਿੰਦਾ ਹੈ, ਭਾਵ ਮੰਜ਼ਿਲ 'ਤੇ ਪਹੁੰਚਾਉਂਦਾ, ਇਸੇ ਤਰ੍ਹਾਂ ਸਤਿਗੁਰੂ ਜੀ ਸੰਸਾਰ ਸਮੁੰਦਰ ਤੋਂ ਤਾਰਨ ਵਾਲੇ ਨੇ। ਸਾਰ ਸਮੁੰਦਰ ਤਾਰ ਗੋਬਿੰਦੇ, ਵਾਹ ਬੀਠਲਾ ਵਾਹ ਦੇ। ਮਹਾਰਾਜ ਦੇ ਵਚਨ ਨੇ। ਸਮਝਣ ਵਾਸਤੇ ਇਤਿਹਾਸ ਵਿੱਚ ਸਾਖੀ ਆਉਂਦੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਜੀਵਨ ਵਿੱਚ ਕਿ ਜਿਹੜਾ ਸੰਗਤੀ ਸਤਿਗੁਰੂ ਮਹਾਰਾਜ ਜੀ ਇੱਥੇ ਉਪਦੇਸ਼ ਬਖਸ਼ ਰਹੇ ਨੇ ਕਿ ਭਾਈ ਗੁਰੂ ਸੰਸਾਰ ਸਮੁੰਦਰ ਤੋਂ ਕਿਵੇਂ ਪਾਰਦਾ ਹੈ। ਗੁਰੂ ਅਤੇ ਸੰਗਤ ਜੀ ਜੇ ਕੋਈ ਨਾਮ ਜਪਦਾ, ਉਹਨੂੰ ਤੇ ਮਹਾਰਾਜ ਜੀ ਤਾਰਦੇ ਨੇ। ਜਿਹੜੇ ਉਹਦੇ ਕੁੱਲ ਦੇ ਜੀਵ ਹੁੰਦੇ ਨੇ, ਮਹਾਰਾਜ ਜੀ ਤੇ ਉਹਨਾਂ ਨੂੰ ਵੀ ਤਾਰ ਦਿੰਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਹਾਰਾਜ ਜਿਸ ਵੇਲੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਰਾਜਮਾਨ ਨੇ, ਹਜ਼ੂਰ ਦਾ ਇੱਕ ਬੜਾ ਹੀ ਪਿਆਰਾ ਸ਼ਰਧਾਲੂ, ਮਹਾਰਾਜ ਨੂੰ ਦਿਲਾਂ ਤੋਂ ਯਾਦ ਕਰਨ ਵਾਲਾ ਸੈਦੇ ਮਲਾਹ ਦਾ ਜ਼ਿਕਰ ਆਉਂਦਾ ਹੈ ਕਿ ਸੰਗ ਸੈਦਾ ਮਲਾਹ ਸਤਲੁਜ ਦਰਿਆ ਦੇ ਉੱਤੇ ਉਹਦੀ ਬੇੜੀ ਚੱਲਦੀ ਸੀ। ਬੇੜੀ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਪਰ ਜਿਸ ਵੇਲੇ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਜਾਇਆ ਕਰਨ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਆਂ ਸੰਗਤਾਂ ਬੇੜੀ ਵਿੱਚ ਬੈਠ ਕੇ ਉਪਮਾ ਕਰਿਆ ਕਰਨ, ਤਾਂ ਸੈਦੇ ਮਲਾਹ ਦਾ ਜਿਹੜਾ ਮਨ ਸੀ, ਉਹ ਸੰਗਤਾਂ ਤੋਂ ਮਹਾਰਾਜ ਜੀ ਦੇ ਉਪਮਾ ਸੁਣ ਕੇ, ਵਡਿਆਈ ਸੁਣ ਕੇ ਦਰਸ਼ਨਾਂ ਦੀ ਤਾਂਘ ਪੈਦਾ ਹੋ ਗਈ ਕਿ ਸਤਿਗੁਰੂ ਜੀ ਕਿਹੋ ਜਿਹੇ ਨੇ। ਸੰਗਤਾਂ ਕਦੇ ਕਹਿੰਦੀਆਂ ਸਨ ਕਿ ਮਹਾਰਾਜ ਜੀ ਬਾਦਸ਼ਾਹ ਦਰਵੇਸ਼ ਨੇ, ਕਦੇ ਕੋਈ ਸੰਗਤਾਂ ਕਿਸੇ ਮਹਾਰਾਜ ਦੇ ਕਿਰਤਮ ਨਾਮ ਨਾਲ ਸੰਬੋਧਨ ਕਰਦੀਆਂ। ਤਾਂ ਸੈਦਾ ਮਲਾਹ ਵੀ ਸੰਗਤਾਂ ਤੋਂ ਮਹਾਰਾਜ ਜੀ ਦਾ ਜਸ ਸੁਣ ਕੇ ਹਰ ਵੇਲੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਧਿਆਨ ਧਰਿਆ ਕਰੇ। ਇੱਕ ਦਿਨ ਸੈਦਾ ਮਲਾਹ ਸਤਿਗੁਰਾਂ ਦੇ ਪ੍ਰੇਮ ਵਿੱਚ ਇੰਨਾ ਭਿੱਜ ਗਿਆ, ਜਿਹਨੂੰ ਸਤਿਗੁਰੂ ਜੀ ਕਹਿੰਦੇ, ਜਿਉਂ ਮਛਲੀ ਬਿਨ ਪਾਣੀਆਂ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤਰ ਕਿਉਂ ਕਰ ਤ੍ਰਿਖਾ ਬੁਝਾਵੈ, ਨਾਦ ਕਰੰਕ ਹੈ ਵਿਦਿਆ ਸਨਮੁਖ ਢਾਵੈ, ਭਵਰ ਲੋਭੀ ਕੁਸਮ ਬਾਸ ਕਾ ਮਿਲ ਆ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੈ। ਭਾਈ ਗੁਰਦਾਸ ਜੀ ਕਹਿੰਦੇ, ਜਿਸ ਤਰ੍ਹਾਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਗੁਰਸਿੱਖ ਸੰਗਤ ਜੀ ਮਹਾਰਾਜ ਦੇ ਨਾਮ ਤੋਂ ਬਿਨਾਂ, ਮਹਾਰਾਜ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦਾ। ਹੁਣ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਜੀਓ। ਤਾਂ ਸੈਦੇ ਮਲਾਹ ਨੇ ਸੰਗਤ ਜੀ ਆਪਣੀ ਬੇੜੀ ਦਰਿਆ ਦੇ ਕੰਢੇ 'ਤੇ ਲਾ ਦਿੱਤੀ। ਆਪ ਆਪਣੀ ਛੱਪਰੀ ਦੇ ਵਿੱਚ, ਝੁੱਗੀ ਦੇ ਵਿੱਚ ਜਾ ਕੇ ਸਤਿਗੁਰਾਂ ਦੇ ਦਰਸ਼ਨਾਂ ਵਾਸਤੇ ਮਹਾਰਾਜ ਦਾ ਧਿਆਨ ਧਰ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਪੁਕਾਰਨ ਲੱਗ ਪਿਆ। ਤਾਂ ਅੰਮ੍ਰਿਤ ਵੇਲੇ ਦਾ ਮਹਾਰਾਜ ਜੀ ਦਾ ਦੀਵਾਨ ਸਜਿਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਭਾਈ ਦਇਆ ਸਿੰਘ ਹੋਰ ਗੁਰਸਿੱਖਾਂ ਨੂੰ ਕਹਿਣ ਲੱਗੇ ਕਿ ਭਾਈ ਦਇਆ ਸਿੰਘ ਜੀ, ਜੋ ਕਿ ਸਾਡਾ ਨਿਤ ਦਾ ਕਰਮ ਹੈ ਕਿ ਅਸੀਂ ਦੀਵਾਨ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਦੇ ਨਗਰ ਦੇ ਵਿੱਚ ਸੁੰਦਰ ਬਾਗ ਬਗੀਚਿਆਂ ਵਿੱਚ ਘੁੰਮਣ ਜਾਂਦੇ ਹਾਂ, ਸੈਰ ਕਰਨ ਜਾਂਦੇ ਹਾਂ। ਅੱਜ ਸਾਡਾ ਮਨ ਹੈ ਕਿ ਅਸੀਂ ਸਤਲੁਜ ਦਰਿਆ 'ਤੇ ਸੈਰ ਕਰਨ ਜਾਵਾਂਗੇ। ਤਾਂ ਸਤਿਗੁਰੂ ਦੀ ਸੰਗਤ ਜਿਹੜੀ ਬਾਹਰਲੀ ਫੌਜ ਸੀ, ਮਹਾਰਾਜ ਦੇ ਨਾਲ ਜੰਗੀ ਫੌਜ ਹੁੰਦੀ ਸੀ। ਗੁਰੂ ਕਾ ਖਾਲਸਾ ਤਿਆਰ ਬਰ ਤਿਆਰ ਹੋਇਆ, ਨਗਾਰੇ 'ਤੇ ਚੋਭਾਂ ਲੱਗੀਆਂ। ਹਜ਼ੂਰ ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜਿਸ ਵੇਲੇ ਸੈਦੇ ਮਲਾਹ ਦੇ ਬੂਹੇ 'ਤੇ ਪਹੁੰਚੇ ਨੇ, ਜਾ ਕੇ ਮਹਾਰਾਜ ਨੇ ਸੰਗਤ ਜੀ ਸੈਦੇ ਮਲਾਹ ਨੂੰ ਵੀ ਆਵਾਜ਼ ਮਾਰੀ, ਭਾਈ ਸੈਦਿਆ। ਤਾਂ ਕੁਝ ਮਨ ਨੂੰ ਸਕੂਨ ਜਿਹਾ ਮਿਲਿਆ ਕਿ ਸਤਿਗੁਰੂ ਸਾਹਿਬ ਹੀ ਲੱਗ ਰਹੇ ਨੇ, ਕਿਉਂਕਿ ਸੰਗਤ ਜੀ ਸੈਦਾ ਮਲਾਹ ਵਿਚਾਰਾ ਭਗਤ ਕਬੀਰ ਸਾਹਿਬ ਜੀ ਜਿਹੜੀ ਅਵਸਥਾ ਕਥਨ ਕਰ ਰਹੇ ਨੇ ਕਿ ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਭਾਵੇਂ ਕੋਈ, ਕਿ ਗਰੀਬ ਨੂੰ ਕੌਣ ਭਾਈ ਕਹਿਣ ਵਾਲਾ, ਭਾਈ ਸੈਦਾ ਜੀ ਕਹਿ ਕੇ ਬੁਲਾਉਣ ਵਾਲਾ। ਤਾਂ ਜਿਸ ਵੇਲੇ ਭਾਈ ਸੈਦਾ ਕਹਿ ਕੇ ਸਤਿਗੁਰਾਂ ਨੇ ਮਿਲਾਇਆ, ਤਾਂ ਸੈਦਾ ਸਿੰਘ ਜਿਸ ਵੇਲੇ ਆਪਣੀ ਕੁਟੀਆ ਵਿੱਚੋਂ ਆਇਆ ਕਿ ਕੋਈ ਕੌਣ ਹੋ ਸਕਦਾ ਹੈ ਜਿਹਨੇ ਅੱਜ ਮੈਨੂੰ ਇੰਨਾ ਸਤਿਕਾਰ ਦਿੱਤਾ, ਤਾਂ ਉਸ ਵੇਲੇ ਸੈਦਾ ਸਿੰਘ ਜੀ ਮਹਾਰਾਜ ਦੇ ਸਰੂਪ ਵੱਲ ਵੇਖਿਆ। ਹਜ਼ੂਰ ਦੇ ਸ੍ਰੀ ਸਾਹਿਬ ਪੈਨੀ ਹੋਈ ਹੈ, ਸੀਸ ਉੱਪਰ ਕਲਗੀ ਸਜੀ ਹੈ,
ਤਾਂ ਮਹਾਰਾਜ ਦਾ ਸਰੂਪ ਸੰਗਤਾਂ ਤੋਂ ਪਹਿਲਾਂ ਸੁਣਿਆ ਸੀ ਕਿ ਇਹੋ ਜਿਹਾ ਮਹਾਰਾਜ ਦਾ ਸਰੂਪ ਹੈ। ਤਾਂ ਸੈਦਾ ਮਲਾਹ ਸਿੰਘ ਦੀ ਮਹਾਰਾਜ ਦੇ ਚਰਨਾਂ 'ਤੇ ਢਹਿ ਪਿਆ। ਭਾਵ ਕਿ ਜਿਵੇਂ ਕਿਸੇ ਦੇ ਘਰੇ ਕੋਈ ਜਾਂਦਾ ਉਹਦੇ ਚਰਨ ਸੁੱਚੇ ਕਰਾਉਂਦੇ ਨੇ, ਜਿਸ ਤਰ੍ਹਾਂ ਭਗਵਾਨ ਕ੍ਰਿਸ਼ਨ ਜੀਆਂ ਨੇ ਸੁਦਾਮਾ ਜੀ ਦੇ ਕਰਵਾਏ ਸੀ। ਤਾਂ ਸੈਦੇ ਮਲਾਹ ਨੇ ਸੰਗਤ ਜੀ ਪ੍ਰੇਮ ਦੇ ਹੰਝੂਆਂ ਦੇ ਨਾਲ ਸਤਿਗੁਰਾਂ ਦੇ ਚਰਨ ਸੀ ਜਿਹੜੇ ਪਵਿੱਤਰ ਕਰ ਦਿੱਤੇ, ਵਾਹਿਗੁਰੂ ਧੋ ਦਿੱਤੇ। ਤਾਂ ਮਹਾਰਾਜ ਜੀ ਨੇ ਸੈਦੇ ਮਲਾਹ ਨੂੰ ਬੁੱਕਲ ਦੇ ਵਿੱਚ ਲੈ ਲਿਆ ਅਤੇ ਕਹਿਣ ਲੱਗੇ, ਭਾਈ ਅਸੀਂ ਸੈਰ ਕਰਨਾ ਹੈ ਦਰਿਆ ਦਾ, ਸਾਨੂੰ ਦਰਿਆ ਵਿੱਚ ਘੁਮਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਦਾ ਮਲਾਹ ਕਹਿਣ ਲੱਗਿਆ, ਸੱਚੇ ਪਾਤਸ਼ਾਹ ਮੇਰੀ ਤਾਂ ਬੇੜੀ ਵੀ ਗਰੀਬ ਕੋਲ ਬੜੀ ਟੁੱਟੀ ਹੈ, ਕਬੀਰ ਬੇੜੀ ਜਰਜਰੀ ਫੂਟੇ 6,000 ਕਿ ਮਹਾਰਾਜ ਇਹ ਬੇੜੀ ਟੁੱਟੀ ਹੈ, ਮੈਂ ਗਰੀਬ ਹਾਂ, ਇੱਥੇ ਬੜੀਆਂ ਸੁੰਦਰ ਬੇੜੀਆਂ ਨੇ, ਤੁਸੀਂ ਰਾਜੇ ਬਾਦਸ਼ਾਹ ਕਿਰਪਾ ਕਰੋ ਉਹਨਾਂ ਦੀ ਬੇੜੀ ਵਿੱਚ ਸਵਾਰ ਹੋ ਜਾਓ। ਤਾਂ ਸੈਦੇ ਮਲਾਹ ਨੂੰ ਸਤਿਗੁਰੂ ਜੀ ਕਹਿਣ ਲੱਗੇ, ਸੰਗਤ ਜੀ ਨਹੀਂ ਸੈਦਿਆ, ਅਸੀਂ ਤੇਰੀ ਬੇੜੀ ਵਿੱਚ ਹੀ ਸਵਾਰ ਹੋਣਾ ਹੈ। ਭਾਵ ਮਹਾਰਾਜ ਜੀ ਸਿੰਘ ਜਿਹੜਾ ਉਪਦੇਸ਼ ਬਖਸ਼ ਰਹੇ ਨੇ, ਕਹੋ ਨਾਨਕ ਤੇ ਭਜ ਮਨਾ ਭਾਉ ਨਿਤ ਉਤਰੈ ਪਾਰ, ਕਿ ਜਿਹੜਾ ਭਾਈ ਹਰੀ ਵਾਹਿਗੁਰੂ ਨੂੰ ਸਿਮਰਦਾ ਹੈ, ਸਤਿਗੁਰੂ ਜੀ ਉਹਨੂੰ ਪਾਰ ਕਿਵੇਂ ਕਰਦੇ ਨੇ ਸੰਸਾਰ ਸਮੁੰਦਰ ਤੋਂ। ਤਾਂ ਜਿਸ ਵੇਲੇ ਹਜ਼ੂਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੈਦੇ ਮਲਾਹ ਦੀ ਬੇੜੀ ਵਿੱਚ ਸੰਗਤ ਸਵਾਰ ਹੋਏ, ਦਰਿਆ ਦੇ ਵਿੱਚ ਮਹਾਰਾਜ ਜੀ ਬੈਠੇ ਨੇ ਬੇੜੀ ਦੇ ਵਿੱਚ, ਨਾਲ ਉਸ ਵੇਲੇ ਵਿਦਵਾਨ ਕਹਿੰਦੇ 21 ਸਿੰਘ ਨੇ ਜੋ ਮਹਾਰਾਜ ਜੀ ਦੇ ਅੰਗ ਰਖਤ ਹਰ ਵੇਲੇ ਸੱਚੇ ਪਾਤਸ਼ਾਹ ਦੇ ਆਸਨਾਂ ਦੇ ਕੋਲ ਸਜਦੇ ਸਨ, ਉਹ ਵੀ ਨਾਲ ਨੇ। ਤੇ ਜਿਸ ਵੇਲੇ ਦਰਿਆ ਦੇ ਵਿਚਾਲੇ ਬੇੜੀ ਗਈ, ਸੈਦੇ ਮਲਾਹ ਨੇ ਸਤਿਗੁਰਾਂ ਦੇ ਸਰੂਪ ਵੱਲ ਤੱਕਣਾ ਕੀਤਾ। ਤਾਂ ਜਿਸ ਵੇਲੇ ਸੰਗਤ ਮਹਾਰਾਜ ਦੇ ਸਰੂਪ ਦੇ ਦਰਸ਼ਨ ਕੀਤੇ ਤਾਂ ਸੈਦੇ ਮਲਾਹ ਦੀ ਟਿਕ ਟਿਕ ਲੱਗ ਪਈ, ਜਿਵੇਂ ਚਕੋਰ ਚੰਦਰਮੇ ਵੱਲ ਵੇਖਦੀ ਹੈ ਤੇ ਆਪਣਾ ਆਪ ਪ੍ਰਵਾਨ ਕਰ ਦਿੰਦੀ ਹੈ। ਇਸ ਤਰ੍ਹਾਂ ਸਤਿਗੁਰਾਂ ਦੇ ਸਰੂਪ ਵੱਲ ਸੈਦਾ ਮਲਾਹ ਸਿੰਘ ਸਵੇਰ ਦਾ ਵੇਖਣ ਲੱਗ ਪਿਆ। ਚੱਪੂ ਮਾਰਨੇ ਭੁੱਲ ਗਿਆ, ਬੇੜੀ ਖੜ੍ਹ ਗਈ। ਤਾਂ ਜਿਸ ਵੇਲੇ ਖੜ੍ਹ ਗਈ, ਸ਼ਾਮ ਦਾ ਟਾਈਮ ਹੋਇਆ, ਸੰਧਿਆ ਵੇਲਾ ਹੋਇਆ। ਮਹਾਰਾਜ ਜੀ ਕਹਿੰਦੇ, ਸੈਦਿਆ ਬਹੁਤ ਸਮਾਂ ਹੋ ਗਿਆ ਭਾਈ, ਸਾਨੂੰ ਕੰਢੇ 'ਤੇ ਲਾ। ਤਾਂ ਜਿਸ ਵੇਲੇ ਸੰਗਤ ਜੀ ਰਹੋ ਵਿਚਾਰ, ਬੇੜੀ ਕੰਢੇ 'ਤੇ ਆਈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਸੈਦਿਆ ਕੋਈ ਕੁਝ ਮੰਗ, ਕਿੰਨੀ ਭੇਟ ਆ ਤੇਰੀ, ਅੱਜ ਸਾਨੂੰ ਤੂੰ ਬਹੁਤ ਸੁੰਦਰ ਸ਼ਹਿਰ ਕਰਵਾਇਆ, ਸਾਨੂੰ ਬਹੁਤ ਦਰਿਆ ਬਾਰੇ ਤੂੰ ਜਾਣਕਾਰੀ ਦਿੱਤੀ, ਅੱਜ ਸਾਡਾ ਮਨ ਪ੍ਰਸੰਨ ਕੀਤਾ ਤੂੰ। ਤਾਂ ਸੈਦਾ ਮਲਾਹ ਕਹਿਣ ਲੱਗਿਆ, ਮਹਾਰਾਜ ਤੁਸੀਂ ਵੀ ਮਲਾਹ ਅਤੇ ਮੈਂ ਵੀ ਮਲਾਹ, ਮਲਾਹ ਤੋਂ ਮਲਾਹ ਕੀ ਮੰਗ ਸਕਦਾ ਹੈ, ਕਿਉਂਕਿ ਆਪਣੇ ਮਹਿਕਮੇ ਦੇ ਬੰਦੇ ਤੋਂ ਕੋਈ ਸੰਗਤ ਜੀ ਕੁਝ ਲੈਂਦਾ ਨਹੀਂ ਹੁੰਦਾ। ਮਹਾਰਾਜ ਜੀ ਜਿਸ ਵੇਲੇ ਇਉਂ ਬਚਨ ਕਹੇ ਤਾਂ ਖਾਲਸਾ ਤਿਆਰ ਬਰ ਤਿਆਰ ਸਿੰਘ ਬੇਰਸ ਦੇ ਵਿੱਚ ਆਏ। ਕਹਿਣ ਲੱਗੇ, ਸਿੰਘ ਕਿ ਸੈਦਿਆ ਤੂੰ ਗਰੀਬ, ਸਤਿਗੁਰੂ ਜੀ ਰਾਜਾਨ ਰਾਜ ਭਾਨ ਅਨ ਭਾਨ, ਬਾਦਸ਼ਾਹ ਮਹਾਰਾਜ ਜੀ ਨੇ, ਇਹ ਲੋਕ ਪਰਲੋਕ ਦੇ ਮਾਲਕ ਨੇ, ਸਤਿਗੁਰੂ ਤੇਰੇ ਨਾਲ ਕਿਵੇਂ ਰਲ ਗਏ। ਤਾਂ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਹਿਣ ਲੱਗੇ, ਗੁਰਸਿੱਖੋ ਸੈਦਾ ਸਹੀ ਕਹਿ ਰਿਹਾ ਹੈ, ਸੈਦੇ ਦੀ ਅਵਸਥਾ ਪੁੱਛੋ। ਜਿਸ ਵੇਲੇ ਸੈਦੇ ਨੇ ਕਿਹਾ, ਗੁਰਸਿੱਖੋ ਮੈਂ ਇਹ ਦਰਿਆ ਦਾ ਮਾਲਕ ਹਾਂ, ਮਲਾਹ ਹਾਂ, ਅਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲੋਕ ਪਰਲੋਕ ਦੇ ਮਲਾਹ ਨੇ। ਤਾਂ ਉਸ ਵੇਲੇ ਸੰਗਤ ਸੈਦੇ ਮਲਾਹ ਨੂੰ ਸਤਿਗੁਰਾਂ ਨੇ ਗਲਵੱਕੜੀ ਦੇ ਵਿੱਚ ਲੈ ਲਿਆ। ਮਹਾਰਾਜ ਜੀ ਕਹਿਣ ਲੱਗੇ, ਸੈਦਿਆ ਜਾ ਤੂੰ ਮੁਕਤ ਹੈ, ਤੈਨੂੰ ਜੀਵਨ ਮੁਕਤੀ ਦੀ ਦਾਤ ਪ੍ਰਾਪਤ ਹੋ ਗਈ। ਤਾਂ ਮਹਾਰਾਜ ਜੀ ਕਹਿਣ ਲੱਗੇ, ਭਾਈ ਸੈਦਿਆ ਹੁਣ ਇਉਂ ਦੱਸ, ਤੇਰਾ ਸਾਡੇ ਨਾਂ 'ਤੇ ਹਿਸਾਬ ਕਿਤਾਬ ਹੋ ਗਿਆ, ਸਾਥੋਂ ਤੇ ਪੈਸੇ ਨਹੀਂ ਲੈਤੇ। ਤੂੰ ਕਹਿ ਰਿਹਾ ਕਿ ਇੱਕ ਮਲਾਹ ਤੋਂ ਦੂਜਾ ਮਲਾਹ ਪੈਸੇ ਨਹੀਂ ਲੈਂਦਾ, ਪਰ ਜਿਹੜੇ ਸਾਡੇ ਬੇੜੀ ਦੇ ਵਿੱਚ ਸਾਡੇ ਨਾਲ 21 ਸੇਵਕ ਸਨ, ਗੁਰਸਿੱਖ ਸਿੰਘ ਪਿਆਰੇ ਬੈਠੇ ਸੀ, ਇਹਨਾਂ ਦੇ ਕਿੰਨੇ ਪੈਸੇ ਹੋ ਗਏ। ਮਹਾਰਾਜ ਨੂੰ ਕਹਿਣ ਲੱਗਿਆ, ਮਹਾਰਾਜ ਮੈਂ ਇਹਨਾਂ ਤੋਂ ਵੀ ਕੁਝ ਨਹੀਂ ਲੈਣਾ। ਤਾਂ ਉਸ ਵੇਲੇ ਸਤਿਗੁਰੂ ਜੀ ਸੰਗਤ ਜੀ ਇੰਨੇ ਪਿਆਰ ਦੇ ਵਿੱਚ, ਇੰਨੀ ਦਿਆਲਤਾ ਦੇ ਵਿੱਚ ਆਏ। ਮਹਾਰਾਜ ਜੀ ਕਹਿੰਦੇ, ਜਾ ਸੈਦਿਆ ਜੇਕਰ ਤੂੰ ਸਾਡੇ 21 ਸਿੰਘਾਂ ਨੂੰ ਦਰਿਆ ਤੋਂ ਪਾਰ ਲਾਇਆ, ਤੇਰੀਆਂ 21 ਕੁੱਲਾਂ ਤਰ ਗਈਆਂ। ਸੋ ਕਹਿਣ ਤੋਂ ਭਾਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਗ ਜਿਹੜਾ ਉਪਦੇਸ਼ ਦੇ ਰਹੇ ਨੇ, ਕਹੋ ਨਾਨਕ ਤੇ ਭਜ ਮਨਾ, ਕਿ ਜਿਸ ਵੇਲੇ ਭਾਈ ਤੂੰ ਸੈਦੇ ਵਾਂਗੂ ਭਜੇਗਾ, ਕਿ ਭਾਈ ਸੈਦੇ ਵਾਂਗੂ ਵਾਹਿਗੁਰੂ ਦਾ ਸਿਮਰਨ ਕਰੇਗਾ, ਸਤਿਗੁਰਾਂ ਨੂੰ ਯਾਦ ਕਰੇਗਾ, ਭਾਉ ਨਿਤ ਉਤਰਹਿ ਪਾਰ, ਕਿ ਤੂੰ ਵੀ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਗਾ। ਸੋ ਇੱਥੇ ਸੰਗਤ ਸ਼ਬਦ ਦੀ ਸਮਾਪਤੀ ਹੈ। ਸਮਾਂ ਵੀ ਆਪਣੇ ਮੰਜ਼ਿਲ 'ਤੇ ਹੈ। ਗੁਰੂ ਸਾਹਿਬ ਜੀ ਕਿਰਪਾ ਕਰਨ। ਆਓ ਸਾਰੀਆਂ ਸੰਗਤ ਆਨੰਦ ਸਾਹਿਬ ਜੀ ਦੇ ਜਾਪ ਕਰਕੇ ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਜੁੜੀਏ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰੂ,
ਕਹੋ ਨਾਨਕ ਤੇ ਭਜ ਮਨ, ਭਾਉ ਨਿਤ ਉਤਰਹਿ ਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ